ਤਿਨ ਨਾਨਕ ਸਤ ਗੁਰ ਪੂਜਿਆ, ਤਿਨ ਹਰ ਪੂਜ ਪੂਜ ਕਰਾਵਾ। ਜ਼ਿਲ੍ਹਾ ਬਠਿੰਡਾ ਤੋਂ 18 ਮੀਲ ਦੂਰ ਮਾਲਵਾ ਦੇਸ਼ ਅੰਦਰ ਘੁੱਗ ਵਸਦਾ ਹੈ ਨਗਰ ਤਲਵੰਡੀ ਸਾਬੋ, ਜਿੱਥੇ ਕਦੀ ਕੱਕਾ ਰੇਤ ਉੱਡਦਾ ਸੀ। ਜਿੱਥੇ ਤੱਕ ਨਿਗਾਹ ਜਾਂਦੀ ਸੀ ਰੇਤ ਹੀ ਰੇਤ ਨਜ਼ਰ ਆਉਂਦੀ ਸੀ, ਕਿਤੇ ਨਾ ਕਿਤੇ ਪਾਣੀ ਹੁੰਦਾ, ਪਰ ਅੱਜ ਉਹ ਹਾਲਾਤ ਨਹੀਂ ਹਨ। ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਰਦਾਨ ਸਦਕਾ ਉਹੀ ਮਾਲਵੇ ਦੇਸ਼ ਅੰਦਰ ਅੱਜ ਤਲਵੰਡੀ ਸਾਬੋ ਦੀ ਧਰਤੀ ਤੇ ਕਿਕਰਾਂ ਨਹੀਂ ਕਣਕਾਂ ਲਹਿਰਾਉਂਦੀਆਂ ਨੇ, ਫਲਾਂ ਦੇ ਦਰਖਤ ਲਹਿਰਾਉਂਦੇ ਨੇ। ਸਿੱਖ ਧਰਮ ਦੀ ਜਦੋਂ ਗੱਲ ਕਰਦੇ ਹਾਂ, ਇਹ ਪਾਵਨ ਪਵਿੱਤਰ ਨਗਰ ਇਤਿਹਾਸਿਕ ਤੌਰ ਤੇ ਬਹੁਤ ਮਹੱਤਵ ਰੱਖਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇੱਥੇ ਚਰਨ ਪਾਉਣ ਤੋਂ ਪਹਿਲਾਂ ਇਹ ਧਰਤੀ ਵੀਰਾਨ ਸੀ। ਨੀਂਹ ਦੇ ਆਧਾਰਿਤ ਫਸਲ ਹੁੰਦੀ ਸੀ, ਜੇ 4 ਕਣੀਆਂ ਪੈ ਗਈਆਂ ਫਸਲ ਹੋ ਗਈ ਤੇ ਲੋਕਾਂ ਨੇ ਆਪਣਾ ਸਾਲ ਸੌਖਾ ਗੁਜ਼ਾਰ ਲਿਆ। ਤੇ ਜੇ ਕਿਤੇ ਔੜ ਲੱਗ ਜਾਂਦੀ ਸੀ ਤੇ ਇੱਥੇ ਵਸਣ ਵਾਲੇ ਲੋਕਾਂ ਨੂੰ ਪਖੜੇ ਦੇ ਕੰਡੇ ਦੇ ਜਿਹੜੇ ਗੁੱਦੇ ਆ ਉਹ ਖਾਣੇ ਪੈਂਦੇ ਸੀ, ਜਾਂ ਸੁੱਕੀਆਂ ਪੀਲੂਆਂ ਜਿਹੜੀਆਂ ਵਾਣਾਂ ਨੂੰ ਲੱਗਦੀਆਂ ਸੀ ਉਹਨਾਂ ਨੂੰ ਸੁਕਾ ਲੈਣੀਆਂ, ਤੇ ਸੁਕਾ ਕੇ ਤੇ ਫਿਰ ਜਦੋਂ ਭੁੱਖ ਲੱਗਣੀ ਤੇ ਉਹ ਉਬਾਲ ਕੇ ਖਾਣੀਆਂ। ਸਰਵੰਸਦਾਨੀ ਸਾਹਿਬ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਮਕੌਰ ਦੀ ਗੜੀ ਦੇ ਵਿੱਚ ਸਰਵੰਸ ਨੂੰ ਕਾਇਮ ਕਰਦਿਆਂ ਉਹਨਾਂ ਵਿਖੜੇ ਪੈਂਡਿਆਂ ਤੋਂ ਹੁੰਦਿਆਂ ਹੋਇਆਂ ਖਿਦਰਾਣੇ ਦੀ ਢਾਬ ਨੂੰ ਸਰ ਕਰਕੇ ਤਖਤ ਸ਼੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚਦੇ ਨੇ। ਇੱਥੇ ਆ ਕੇ ਉਹਨਾਂ ਦੇ ਵੱਲੋਂ ਕਮਰ ਕੱਸਾ ਖੋਲਿਆ ਜਾਂਦਾ ਹੈ। ਇਸੇ ਯਾਦ ਦੇ ਵਿੱਚ ਸਿੱਖ ਪੰਥ ਦਾ ਚੌਥਾ ਤਖਤ ਸ਼੍ਰੀ ਦਮਦਮਾ ਸਾਹਿਬ ਸੁਭਾਈਮਾਨ ਹੈ। ਇੱਥੇ ਪਹੁੰਚਣ ਤੋਂ ਪਹਿਲਾਂ ਗੁਰੂ ਘਰ ਦੇ ਸੇਵਕ ਭਾਈ ਡੱਲੇ ਵੱਲੋਂ ਉਹਨਾਂ ਦਾ ਵਿਸ਼ੇਸ਼ ਤੌਰ ਤੇ ਸਵਾਗਤ ਕੀਤਾ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਰਹਿੰਦਿਆਂ ਬੇਅੰਤ ਸੰਗਤਾਂ ਨੂੰ ਗੁਰੂ ਘਰ ਦੇ ਨਾਲ ਜੋੜਦੇ ਨੇ ਤੇ ਅੰਮ੍ਰਿਤ ਦੀ ਦਾਤ ਛਕਾਉਂਦੇ ਨੇ। ਧੰਨ ਸਤਿਗੁਰੂ ਸੱਚੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਉਸ ਸਮੇਂ ਨੂੰ ਯਾਦ ਕਰਵਾਉਂਦਿਆਂ ਇਸ ਪਾਵਨ ਅਸਥਾਨ ਤੇ ਬਹੁਤ ਸਾਰੀਆਂ ਯਾਦਾਂ ਮੌਜੂਦ ਨੇ। ਆਓ ਉਹਨਾਂ ਦੇ ਕਰਦੇ ਹਾਂ ਦਰਸ਼ਨ। ਜਿਸ ਸੱਚ ਸੰਜਮ ਵਰਤ ਸੱਚ ਕਵ ਜਨ ਕਲ ਵਖਾਨ, ਦਰਸ਼ਨ ਪਰਸੀਐ ਗੁਰੂ ਕੈ ਸੱਚ ਜਨਮ ਪਰਵਾਨ। ਹਰ ਸਿੱਖ ਦੀ ਇਹ ਦਿਲੀ ਇੱਛਾ ਹੁੰਦੀ ਹੈ ਕਿ ਉਹ ਗੁਰੂ ਸਹਿਬਾਨ ਦੀ ਚਰਨ ਛੋਹ ਪ੍ਰਾਪਤ ਧਰਤੀ ਤੇ ਪਹੁੰਚ ਗੁਰੂ ਚਰਨਾਂ 'ਚ ਨਤਮਸਤਕ ਹੁੰਦਿਆਂ ਆਵਾਗਮਨ ਦੇ ਸੰਸੇ ਤੋਂ ਮੁਕਤ ਹੋਵੇ। ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਹਰ ਦਿਨ ਵੱਡੀ ਗਿਣਤੀ 'ਚ ਸੰਗਤ ਨਤਮਸਤਕ ਹੋਣ ਲਈ ਪਹੁੰਚਦੀ ਹੈ। ਇਸ ਪਾਵਨ ਅਸਥਾਨ ਦਾ ਸੰਬੰਧ ਸਿੱਖ ਇਤਿਹਾਸ ਨਾਲ ਪਹਿਲੇ ਪਾਤਸ਼ਾਹ ਜੀ ਦੇ ਸਮੇਂ ਤੋਂ ਜੁੜ ਗਿਆ ਸੀ। ਇਸ ਬਾਰੇ ਜਥੇਦਾਰ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਇਸ ਧਰਤੀ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨ ਰੱਖਣ ਤੋਂ ਪਹਿਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਇਸ ਧਰਤੀ ਤੇ ਆਏ। ਉਹਨਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਵੀ ਸੁਸ਼ੋਭਿਤ ਹੈ। ਦੂਸਰੀ ਉਦਾਸੀ ਦੇ ਦੌਰਾਨ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਧਰਮਕੋਟ, ਬਠਿੰਡਾ, ਤਲਵੰਡੀ ਸਾਬੋ ਤੇ ਫਿਰ ਸਿਰਸੇ ਤੋਂ ਰਾਜਪੂਤਾਨੀ ਥਾਨੀ ਹੁੰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੱਖਣ ਵੱਲ ਗਏ ਸਨ। ਇਤਿਹਾਸ ਦੇ ਪੰਨੇ ਤਾਂ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਸ ਅਸਥਾਨ ਤੇ ਆਉਣ ਦੀ ਵੀ ਗਵਾਹੀ ਭਰਦੇ ਨੇ। 9ਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 1674 ਈਸਵੀ ਦੇ ਕਰੀਬ ਪ੍ਰਚਾਰ ਕਰਦਿਆਂ ਇਸ ਅਸਥਾਨ ਤੇ ਪਹੁੰਚੇ ਸੀ। ਇੱਥੇ ਮੌਜੂਦ ਉਹ ਪਾਵਨ ਸਰੋਵਰ ਵੀ ਇਸ ਗੱਲ ਦੀ ਗਵਾਹੀ ਭਰਦਾ ਹੈ, ਜਿਸ ਦੀ ਸੇਵਾ ਦੀ ਆਰੰਭਤਾ ਖੁਦ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹੱਥੀਂ ਮਿੱਟੀ ਦੇ 5 ਦਸ਼ਾਲੇ ਕੱਢ ਕੇ ਕਰਵਾਈ ਸੀ। ਇਸ ਪਾਵਨ ਘੜੀ ਤੋਂ 31 ਸਾਲ ਬਾਅਦ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਪਾਵਨ ਅਸਥਾਨ ਤੇ ਚਰਨ ਪਾਏ ਤੇ ਇਸ ਤਰ੍ਹਾਂ ਇਹ ਮਾਲਵੇ ਦੀ ਧਰਤੀ ਸਦਾ ਲਈ ਅਮਰ ਹੋ ਗਈ। ਇਸ ਧਰਤੀ ਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਵੀ ਆਪਣੇ ਮੁਬਾਰਕ ਚਰਨ ਪਾਏ। ਉਹਨਾਂ ਨੇ ਇੱਥੇ ਇੱਕ ਸਰੋਵਰ ਜਿਹੜਾ ਸੀ ਤਿਆਰ ਕਰਵਾਇਆ ਤੇ ਸਰੋਵਰ ਦੀ ਜਿਹੜੀ ਮਿੱਟੀ ਸੀ ਉਹ ਆਪਣੇ ਦੁਸ਼ਾਲੇ ਦੇ ਨਾਲ ਬਾਹਰ ਕੱਢੀ। ਸੇਵਾ ਦੇ ਵਿੱਚ ਮਹਾਨ ਜਿਹੜਾ ਸੀ ਉਹ ਹਿੱਸਾ ਪਾਇਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਵੀ ਇਹ ਧਰਤੀ ਹੈ ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਧਰਤੀ ਤੇ ਚਰਨ ਪਾਏ। ਜਿੱਥੇ ਜਾਈ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਬਾ ਰਾਮ ਰਾਜੇ।
ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਰਬੰਸ ਨੂੰ ਕੁਰਬਾਨ ਕਰਨ ਤੋਂ ਬਾਅਦ ਮਾਛੀਵਾੜੇ ਦੇ ਜੰਗਲਾਂ ਚੋਂ ਹੁੰਦਿਆਂ ਹੋਇਆਂ ਜੇਤੂ ਅਵਸਥਾ 'ਚ ਜਦੋਂ ਮਾਲਵੇ ਦੀ ਧਰਤੀ ਤੇ ਚਰਨ ਪਾਈ ਤਾਂ ਇੱਧਰ ਆਉਣ ਦਾ ਪਤਾ ਚੱਲਦਿਆਂ ਤਾਂ ਇੱਥੇ ਦੇ ਸ਼ਾਸਕ ਭਾਈ ਡਲ ਸਿੰਘ ਜੀ ਨੂੰ ਲੱਗਿਆ। ਭਾਈ ਡਲ ਸਿੰਘ ਜੀ ਗੁਰੂ ਜੀ ਦਾ ਸ਼ਰਧਾਲੂ ਸੀ ਤੇ ਉਸਨੇ ਬੜੇ ਸੋਹਣੇ ਢੰਗ ਨਾਲ ਗੁਰੂ ਪਾਤਸ਼ਾਹ ਦਾ ਸਵਾਗਤ ਕੀਤਾ। ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਬਾਹਰ ਕਈ ਕਿਲੋਮੀਟਰ ਦੂਰ ਭਾਈ ਡੱਲਾ ਆਪਣੇ ਲਾਮ ਲਸ਼ਕਰ ਦੇ ਨਾਲ ਸਤਿਗੁਰਾਂ ਦਾ ਸਵਾਗਤ ਕਰਨ ਪਹੁੰਚਿਆ। ਇਸ ਤੋਂ ਬਾਅਦ ਤਖਤ ਸਾਹਿਬ ਦੇ ਪਾਵਨ ਅਸਥਾਨ ਤੇ ਵੀ ਭਾਈ ਡੱਲੇ ਵੱਲੋਂ ਸਤਿਗੁਰਾਂ ਦੀ ਬੜੀ ਸੇਵਾ ਕੀਤੀ ਗਈ। ਭਾਈ ਡੱਲੇ ਨੇ ਗੁਰੂ ਸਾਹਿਬ ਜੀ ਨੂੰ ਆਪਣੇ ਮਹਿਲਾਂ 'ਚ ਰੁਕਣ ਦੀ ਵੀ ਬੇਨਤੀ ਕੀਤੀ, ਪਰ ਗੁਰੂ ਸਾਹਿਬ ਜੀ ਨੇ ਆਰਾਮ ਦੇ ਲਈ ਇਸ ਪਾਵਨ ਅਸਥਾਨ ਨੂੰ ਚੁਣਿਆ, ਜਿਸ ਅਸਥਾਨ ਤੇ ਅੱਜ ਗੁਰਦੁਆਰਾ ਦਮਦਮਾ ਸਾਹਿਬ ਸੁਭਾਈਮਾਨ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਇੱਥੋਂ ਦੱਖਣ ਵੱਲ ਕੂਚ ਕੀਤਾ ਤਾਂ ਬਾਬਾ ਦੀਪ ਸਿੰਘ ਜੀ ਅਤੇ ਭਾਈ ਡਲ ਸਿੰਘ ਜੀ ਨੇ ਇਸ ਅਸਥਾਨ ਤੇ ਮਿਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਯਾਦਗਾਰ ਸਥਾਪਿਤ ਕੀਤੀ। ਗੁਰਦੁਆਰਾ ਦਮਦਮਾ ਸਾਹਿਬ ਦੇ ਬਾਹਰ ਮੌਜੂਦ ਦੋ ਇਤਿਹਾਸਕ ਜੰਡ ਅੱਜ ਵੀ ਉਸ ਸਮੇਂ ਦੀ ਗਵਾਹੀ ਭਰਦੇ ਨੇ, ਜਿਨ੍ਹਾਂ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਘੋੜੇ ਬੰਨਿਆ ਕਰਦੇ ਸੀ। ਹਾਲਾਂਕਿ ਲੰਮਾ ਸਮਾਂ ਬੀਤ ਜਾਣ ਦੇ ਬਾਅਦ ਅੱਜ ਇਹ ਬਿਰਧ ਹੋ ਚੁੱਕੇ ਨੇ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਜੰਡਾਂ ਦੀ ਸੰਭਾਲ ਅੱਜ ਵੀ ਹੂਬਹੂ ਕੀਤੀ ਜਾ ਰਹੀ ਹੈ। ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਪਾਵਨ ਧਰਤੀ ਉਹ ਮਹਾਨ ਧਰਤੀ ਹੈ ਜਿੱਥੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਪਣਾ ਬਹੁਤ ਵਕਤ ਜਿਹੜਾ ਹੈ ਉਹ ਗੁਜ਼ਾਰਿਆ। ਸ੍ਰੀ ਮੁਕਤਸਰ ਸਾਹਿਬ ਦੇ ਸਥਾਨ ਤੋਂ ਜੰਗ ਲੜ ਕੇ ਜਦੋਂ ਇਸ ਸਥਾਨ ਦੇ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਪਹੁੰਚੇ ਨੇ ਤੇ ਇੱਥੇ ਉਹਨਾਂ ਨੇ ਕਮਰ ਕਸਾ ਖੋਲ੍ਹਿਆ, ਦਮ ਲਿਆ ਤੇ ਇੱਥੇ ਹੀ ਉਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਬੀੜ ਨੂੰ ਸੰਪੂਰਨ ਕੀਤਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸ਼ਾਮਲ ਕਰਕੇ ਇੱਥੇ ਬਸ ਨਹੀਂ ਹੈ। ਤਖਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਉਹ ਮਹਾਨ ਧਰਤੀ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨਤਾ ਬਖਸ਼ੀ ਹੈ। ਉੱਥੇ 48 ਸਿੰਘਾਂ ਨੂੰ ਇਸ ਦੇ ਅਰਥ ਵੀ ਜਿਹੜੇ ਨੇ ਉਹ ਸਮਝਾਏ ਨੇ, ਜਿਨ੍ਹਾਂ ਨੂੰ ਸੁਣ ਕੇ ਉਹ 48 ਜਿਹੜੇ ਸਨ ਬ੍ਰਹਮ ਗਿਆਨੀ ਵਧੇ ਮੁਕਤ ਹੋਏ। संगत और घनी नित आवत लेकर भेंट कई प्रकारे सरबंस दानी तेग दे धनी साहिब श्री गुरु गोबिंद सिंह जी ने जदों इस पावन स्थान ते आउणा कीता तां हर दिन वड्डी गिनती च संगत उन्हां दे दर्शनां लई आउंदी, दीवान सजदे, पावन बाणी दे जाप हुंदे। अज इस पावन स्थान ते तखत साहिब सुभाईमान है। सिख भवन निर्माण कला दा बेजोड़ नमूना जिस दे दर्शन कर मन प्रसन्न हो उठदा है। तखत साहिब ते होण वाले पावन कीर्तन दियां मनोहर धुनां जिथे जाए वह मेरा सतगुरु जाए वह मेरा सतगुरु सो थान सुहावा राम राजे सो थान सुहावा राम राजे। सतगुरु सच्चे पातशाह जी दे दर्शनां लई जिथे संगत वड्डी गिनती च पहुंचदी है तां उत्थे ही बहुत सारियां अमोल भेंटां भी सतगुरु जी नूं अर्पित करदी है। इसे तहत एक बार दिल्ली दी संगत शीशा लैके सतगुरु जी नूं भेंट करन पहुंची तां सतगुरु जी ने वरदान दिता, इह शीशा सिर्फ दस्तार सजाउण जां चेहरा देखण दे काम नहीं आवेगा, बल्कि इस नाल विंगे चेहरे भी सिद्धे होणगे। खालसा जी तखत साहिब जी विखे सुनहरी अलमारी अंदर शीशा सुशोभित है। दिल्ली तो आई संगत वालों कलगीधर पिता जी नूं भेंट करदिआं बेनती कीती, सतगुरु जी अमृत वेले आप जी दस्तार सजाउंदे हो जी, दस्तार सजाउंदिआं कोई लड़ विंगा टेढ़ा लग जांदा है, इस विच देख करके ठीक कर लिया करोगे जी, भावना नाल लेके आए हां दर प्रवान करिया जी। धन गुरु गोबिंद सिंह कलगीधर पिता जी ने सहज सुभा वचन कीता, भाई गुरसिखो गुरु के प्रेम वालिओ दस्तारां दे पेज आम शीशियां विच ठीक कीते जा सकदे ने। ਇਹ शीशा जिन्ना भी जीवां दा लकवे दी बीमारी नाल मुख विंगा होया करेगा जी, 3 दिन देखण नाल ठीक हो जाया करेगा। बचन अटल होए जी। अनेकां प्राणी इत्थे रोजाना हाजरी भरदे ने जी, सतगुरां दी किरपा दा सदका आस्ता आस्ता ठीक हो के जांदे ने। अज भी कला वरत रही है।
ਇਹ ਖਾਲਸਾ ਪੰਥ ਦਾ ਚੌਥਾ ਮਹਾਨ ਤਖਤ ਹੈ ਜੀ। ਸਾ ਤਰਤ ਪਈ ਹਰਿਆਵਲੀ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਸੇ ਜੰਤ ਪਏ ਹਰਿਆਵਲੇ ਜਿਨੇ ਮੇਰਾ ਸਤਿਗੁਰ ਦੇਖਿਆ ਜਾ। ਸਰਵੰਸ ਦਾਨੀ ਅੰਮ੍ਰਿਤ ਕੇ ਦਾਤੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹ ਜੰਗੀ ਕਮਰ ਕੱਸਾ ਖੋਲਣ ਤੋਂ ਬਾਅਦ ਤੱਕ ਸ੍ਰੀ ਦਮਦਮਾ ਸਾਹਿਬ ਤੇ 9 ਮਹੀਨੇ ਤੋਂ ਵਧੇਰੇ ਸਮਾਂ ਇਸ ਪਾਵਨ ਧਰਤੀ ਤੇ ਮਾਲਵੇ ਦੇ ਇਲਾਕੇ ਦੇ ਵਿੱਚ ਬਿਤਾਉਂਦੇ ਨੇ। ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਵਿਸ਼ੇਸ਼ ਕਾਰਜ ਗੁਰੂ ਸਾਹਿਬ ਵੱਲੋਂ ਕੀਤੇ ਜਾਂਦੇ ਨੇ, ਦੀਵਾਨ ਸਜਾਏ ਜਾਂਦੇ ਨੇ, ਵੱਡੀ ਗਿਣਤੀ 'ਚ ਸੰਗਤ ਹੈ ਜਿਹੜੀ ਉਹ ਅੰਮ੍ਰਿਤ ਛਕਦੀ ਹੈ। ਇਸੇ ਦੌਰਾਨ ਖਾਲਸੇ ਦਾ ਇੱਕ ਮਹਾਨ ਕਾਰਜ, ਸਿੱਖ ਕੌਮ ਦਾ ਇੱਕ ਮਹਾਨ ਕਾਰਜ ਵੀ ਇਸ ਪਾਵਨ ਧਰਤੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵੱਲੋਂ ਕੀਤਾ ਜਾਂਦਾ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਤਖਤ ਸ੍ਰੀ ਦਮਦਮਾ ਸਾਹਿਬ ਜੀ ਤੇ ਹੁੰਦੀ ਹੈ। ਇਸ ਸਮੇਂ ਦੌਰਾਨ ਜਿੱਥੇ ਗੁਰੂ ਸਾਹਿਬ ਜੀ ਨੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਹਿਤ ਅਨੇਕਾਂ ਕਾਰਜ ਕੀਤੇ, ਤਾਂ ਉੱਥੇ ਹੀ ਸਿੱਖ ਪੰਥ ਦਾ ਸਭ ਤੋਂ ਮਹਾਨ ਕਾਰਜ ਵੀ ਇਸੇ ਪਾਵਨ ਸਥਾਨ ਤੇ ਗੁਰੂ ਸਾਹਿਬ ਨੇ ਨੇਪਰੇ ਚਾੜਿਆ ਸੀ। ਸਤਿਗੁਰੂ ਜੀ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਇਸੇ ਸਥਾਨ ਤੇ ਕੀਤੀ ਗਈ। ਸਵੇਰ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਈ ਦਾ ਮਹਾਨ ਕਾਰਜ ਹੁੰਦਾ ਤੇ ਸ਼ਾਮ ਸਮੇਂ ਗੁਰੂ ਸਾਹਿਬ ਗੁਰਬਾਣੀ ਦੇ ਅਰਥ ਕਰਦੇ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੀ ਲਿਖਾਈ ਸਮੇਂ ਜਿਹੜੀਆਂ ਕਲਮਾਂ ਵਰਤੀਆਂ ਜਾਂਦੀਆਂ ਸੀ ਉਹਨਾਂ ਨੂੰ ਦੁਆਰਾ ਨਹੀਂ ਸੀ ਘੜਿਆ ਜਾਂਦਾ। ਅੰਤ ਕਾਰਜ ਦੀ ਸੰਪੂਰਨਤਾ ਤੋਂ ਬਾਅਦ ਜਿਹੜੀਆਂ ਘਸੀਆਂ ਹੋਈਆਂ ਕਲਮਾਂ ਤੇ ਕਾਗਜ਼ ਬਚੇ ਉਹਨਾਂ ਨੂੰ ਸਤਿਗੁਰੂ ਜੀ ਨੇ ਲੇਖਨਸਰ ਸਰੋਵਰ ਵਿੱਚ ਪਾ ਦਿੱਤਾ ਤੇ ਇਸ ਧਰਤੀ ਨੂੰ ਮਹਾਨ ਵਰਦਾਨ ਦਿੱਤਾ। ਇਹ ਪਾਵਨ ਸਥਾਨ ਵਿਖੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਤੋਂ ਉਪਰੰਤ ਜਿੰਨੀਆਂ ਵੀ ਕਲਮਾਂ ਅਤੇ ਸਿਆਹੀ ਵਧੀ, ਉਹ ਸਾਰੀਆਂ ਕਲਮਾਂ ਤੇ ਸਿਆਹੀ ਇਹ ਪਾਵਨ ਸਥਾਨ ਦੇ ਸਰੋਵਰ ਵਿੱਚ ਪਾ ਕੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕੀਤਾ, ਇਹ ਹੈ ਪ੍ਰਗਟ ਹਮਾਰੀ ਕਾਂਛੀ, ਪੜ੍ਹ ਹੈ ਇਹਾਂ ਢੋਰ ਮਤ ਰਾਸੀ, ਲੇਖਕ ਗੁਣੀ ਕੁਵਿੰਦ ਗਿਆਨੀ, ਬੁੱਧ ਸਿੰਧ ਹੋਇਆ ਇਤਿਆਨੀ, ਤਿਨ ਕੇ ਕਾਰਨ ਕਲਮ ਘਾੜ, ਦੇਤ ਪ੍ਰਗਟ ਹਮ ਡਾਰ, ਸਿੱਖ ਸਖਾਇਤ ਪੜ੍ਹੇਂਗੇ ਹਮਰੇ ਕਈ ਹਜ਼ਾਰ। ਗੁਰੂ ਕਾਂਛੀ ਦਾ ਵਰਦਾਨ ਬਖਸ਼ਿਸ਼ ਕਰਕੇ ਸਤਿਗੁਰਾਂ ਨੇ ਬਚਨ ਕੀਤਾ ਕਿ ਜਿਹੜੇ ਵੀ ਪ੍ਰਾਣੀ ਇੱਥੇ ਆਣ ਕੇ ਗੁਰਮੁਖੀ 35 ਊੜਾ ਅੜਾ ਲਿਖ ਕੇ ਅਰਦਾਸ ਕਰਨਗੇ, ਉਹਨਾਂ ਨੂੰ ਬ੍ਰਹਮ ਵਿਦਿਆ ਦੁਨਿਆਈ ਵਿਦਿਆ ਦੀ ਪ੍ਰਾਪਤੀ ਹੋਵੇਗੀ। ਸਾਧ ਸੰਗਤ ਜੀ, ਬੇਅੰਤ ਪ੍ਰਾਣੀ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਪਾਵਨ ਸਥਾਨ ਵਿਖੇ ਦਰਸ਼ਨ ਦੀਦਾਰ ਕਰਦੇ ਨੇ ਔਰ ਰੋਜ਼ਾਨਾ ਹੀ ਬੇਅੰਤ ਬੱਚੇ ਬੇਅੰਤ ਸੰਗਤਾਂ ਇੱਥੇ ਆਣ ਕੇ ਗੁਰਮੁਖੀ 35 ਲਿਖ ਕੇ ਅਰਦਾਸ ਕਰਦੇ, ਕਿਉਂਕਿ ਹਜੂਰ ਦਾ ਵਚਨ ਹੈ ਕਿ ਇੱਥੇ ਬੈਲ ਬੁੱਧੀ ਵਾਲਾ ਵੀ ਜਿਹੜਾ ਵਿਦਵਾਨ ਹੋਵੇਗਾ। ਗੁਰੂ ਸਾਹਿਬ ਜੀਆਂ ਦੀ ਇਹ ਜਾਰੀ ਕਲਾ ਵਰਤ ਰਹੀ ਹੈ। ਸ਼ਰਧਾ ਤੇ ਭਾਵਨਾ ਦੇ ਨਾਲ ਗੁਰਮੁਖੀ 35 ਲਿਖ ਕੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰੀਏ। ਗੁਰੂ ਸਾਹਿਬ ਕਿਰਪਾ ਕਰਨ, ਸਾਨੂੰ ਸ੍ਰੇਸ਼ਟ ਬੁੱਧੀ, ਵਿਸ਼ੈਣੀ ਬੁੱਧੀ, ਵਿਦਿਆ ਦੀ ਦਾਤ ਬਖਸ਼ਿਸ਼ ਕਰਨ ਜੀ। ਇਹ ਪਾਵਨ ਸਥਾਨ ਗੁਰਦੁਆਰਾ ਲਿਖਣਸਰ ਸਾਹਿਬ ਹੈ। ਇਸੇ ਸਥਾਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ 42 ਗੁਰਸਿੱਖਾਂ ਨੂੰ ਆਪ ਗੁਰਬਾਣੀ ਦੇ ਅਰਥ ਕਰਵਾਏ। ਇਨ੍ਹਾਂ 42 ਗੁਰਸਿੱਖਾਂ 'ਚ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਣੀ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਭਾਈ ਡਲ ਸਿੰਘ ਜੀ ਤੋਂ ਇਲਾਵਾ ਕਈ ਮਹਾਨ ਗੁਰਸਿੱਖ ਸ਼ਾਮਲ ਸਨ। ਤਖਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਉਹ ਮਹਾਨ ਧਰਤੀ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨਤਾ ਬਖਸ਼ੀ ਹੈ। ਉੱਥੇ 48 ਸਿੰਘਾਂ ਨੂੰ ਇਸ ਦੇ ਅਰਥ ਵੀ ਜਿਹੜੇ ਨੇ ਉਹ ਸਮਝਾਏ ਨੇ, ਜਿਨ੍ਹਾਂ ਨੂੰ ਸੁਣ ਕੇ ਉਹ 48 ਜਿਹੜੇ ਸਨ ਬ੍ਰਹਮ ਗਿਆਨੀ ਵਧੇ ਮੁਕਤ ਹੋਏ। ਆਨੰਦਾ ਦੀ ਪੁਰੀ ਨੂੰ ਛੱਡਣ ਤੋਂ ਬਾਅਦ ਪਰਿਵਾਰ ਵਿਛੋੜੇ ਦੇ ਸਥਾਨ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਪਰਿਵਾਰ ਵਿਛੜ ਗਿਆ। ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰ ਕੌਰ ਭਾਈ ਮਣੀ ਸਿੰਘ ਜੀ ਨਾਲ ਰੋਪੜ ਤੋਂ ਹੁੰਦੇ ਹੋਏ ਦਿੱਲੀ ਚਲੇ ਗਏ। ਸਤਿਗੁਰੂ ਜੀ ਜਦੋਂ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚੇ ਤੇ ਮਾਤਾ ਸੁੰਦਰ ਕੌਰ ਜੀ ਇਸ ਪਾਵਨ ਸਥਾਨ ਤੇ ਪਹੁੰਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੇ। ਇਸ ਮੌਕੇ ਜਦੋਂ ਮਾਤਾਵਾਂ ਨੇ ਸਾਹਿਬਜ਼ਾਦਿਆਂ ਬਾਰੇ ਪੁੱਛਿਆ ਤਾਂ ਸਤਿਗੁਰੂ ਜੀ ਨੇ ਖਾਲਸੇ ਨੂੰ ਆਪਣਾ ਪੁੱਤ ਬਣਾਇਆ। ਮਾਤਾਵਾਂ ਦੀ ਯਾਦ ਅੰਦਰ ਤਖਤ ਸਾਹਿਬ ਜੀ ਦੀ ਪਰਿਕਰਮਾ ਵਿੱਚ ਗੁਰਦੁਆਰਾ
ਸਾਹਿਬ ਸੁਭਾਈਮਾਨ ਹੈ। ਦਿੱਲੀ ਤੋਂ ਬੇਅੰਤ ਸਿੱਖ ਸੰਗਤਾਂ ਦੇ ਨਾਲ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਨਾਲ ਜਿਸ ਸਮੇਂ ਦੋਨੋਂ ਮਾਤਾਵਾਂ ਨੇ ਇਹ ਪਾਵਨ ਸਥਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਆਣ ਕੇ ਗੁਰੂ ਸਾਹਿਬ ਜੀਆਂ ਦੇ ਦਰਸ਼ਨ ਦੀਦਾਰ ਕੀਤੇ ਔਰ ਬੇਨਤੀ ਕੀਤੀ ਕਿ ਸਤਿਗੁਰੂ ਜੀ ਵੱਡੇ ਅਤੇ ਛੋਟੇ ਸਾਹਿਬਜ਼ਾਦੇ ਨਜ਼ਰ ਨਹੀਂ ਆ ਰਹੇ। ਉਸ ਸਮੇਂ ਸਤਿਗੁਰਾਂ ਦੇ ਪਾਸ ਬੇਅੰਤ ਖਾਲਸਾ ਸਜਿਆ ਸੀ। ਖਾਲਸੇ ਦੇ ਵੱਲ ਇਸ਼ਾਰਾ ਕਰਕੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕੀਤਾ, ਇਨ ਪੁੱਤਰਨ ਕੇ ਸੀਸ ਪੈ ਵਾਰ ਦੀਏ ਸੁਤ ਚਾਰ ਮੂਏ ਤੋਂ ਕਿਆ ਭਇਆ, ਇਹ ਜੀਵਤ ਕਈ ਹਜ਼ਾਰ। ਖਾਲਸੇ ਨੂੰ ਆਪਣਾ ਪੁੱਤਰ ਨਵਾਜ ਕੇ ਮਾਤਾ ਸਾਹਿਬ ਕੌਰ ਦੀ ਝੋਲੀ ਪਾਇਆ। ਸਾਧ ਸੰਗਤ ਜੀ, ਪਾਵਨ ਸਥਾਨ ਵਿਖੇ ਮਾਤਾ ਸਾਹਿਬ ਕੌਰ, ਮਾਤਾ ਸੁੰਦਰ ਕੌਰ ਜੀ ਦੀ ਰਿਹਾਇਸ਼ ਵਾਸਤੇ ਤੰਬੂ ਲਗਾਏ ਜਾਂਦੇ ਸਨ। ਇਹ ਪਾਵਨ ਸਥਾਨ ਮਾਤਾ ਸਾਹਿਬ ਕੌਰ ਅਤੇ ਮਾਤਾ ਸੁੰਦਰ ਕੌਰ ਜੀ ਦਾ ਪਾਵਨ ਸਥਾਨ ਹੈ। ਜਦੋਂ ਸਤਿਗੁਰੂ ਜੀ ਦੇ ਸਮੇਂ ਦੇ ਸਿੱਖਾਂ ਦੀ ਗੱਲ ਕਰਦੇ ਹਾਂ ਤਾਂ ਉਹ ਕਿੰਨੀ ਚੜ੍ਹਦੀ ਕਲਾ ਵਾਲੇ ਸੀ ਤੇ ਕਿਸ ਤਰੀਕੇ ਗੁਰੂ ਲਈ ਸਭ ਕੁਝ ਕਰ ਗੁਜ਼ਰਦੇ ਸੀ, ਇਸ ਦੀਆਂ ਮਿਸਾਲਾਂ ਵਾਕਿਆ ਹੀ ਅਕਹਿ ਨੇ। ਉਹਨਾਂ ਸਿੱਖਾਂ ਦੇ ਸਤਿਕਾਰ ਅਤੇ ਗੁਰੂ ਪ੍ਰਤੀ ਸ਼ਰਧਾ ਦੇ ਕਿੱਸੇ ਸੁਣ ਹਰ ਕੋਈ ਹੈਰਾਨ ਹੋ ਉੱਠਦਾ ਹੈ। ਕੁਝ ਅਜਿਹੀ ਹੀ ਚੜ੍ਹਦੀ ਕਲਾ ਵਾਲੇ ਸਿੱਖ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਵੀ ਗੁਰੂ ਪਾਤਸ਼ਾਹ ਜੀ ਦੇ ਚਰਨ ਸੇਵਕ ਸਨ। ਬਾਬਾ ਬੀਰ ਸਿੰਘ ਜੀ ਤੇ ਬਾਬਾ ਧੀਰ ਸਿੰਘ ਜੀ, ਜਿਨ੍ਹਾਂ ਲਈ ਸਤਿਗੁਰੂ ਸੱਚੇ ਪਾਤਸ਼ਾਹ ਦਾ ਹੁਕਮ ਹੀ ਸਰਵਉੱਚ ਸੀ। ਗੁਰੂ ਪਾਤਸ਼ਾਹ ਜੀ ਦੇ ਹੁਕਮ ਨੂੰ ਪੁਗਾਉਣ ਲਈ ਆਪਾਂ ਤੱਕ ਕੁਰਬਾਨ ਕਰਨ ਲਈ ਤਿਆਰ ਹੋ ਗਏ। ਬਾਬਾ ਬੀਰ ਸਿੰਘ ਜੀ ਤੇ ਬਾਬਾ ਧੀਰ ਸਿੰਘ ਜੀ, ਸਤਿਗੁਰੂ ਜੀ ਨੇ ਇੱਕ ਅਜਿਹੀ ਕਲਾ ਵਰਤਾਈ ਕਿ ਨਾ ਸਿਰਫ ਭਾਈ ਡਲ ਸਿੰਘ ਦਾ ਹੰਕਾਰ ਤੋੜਿਆ, ਬਲਕਿ ਸਿੱਖ ਦੀ ਸ਼ਖਸੀਅਤ ਅਤੇ ਗੁਰੂ ਪ੍ਰਤੀ ਸ਼ਰਧਾ ਨੂੰ ਵੀ ਬਿਆਨ ਕੀਤਾ। ਆਓ ਜਾਣਦੇ ਹਾਂ ਪਾਵਨ ਇਤਿਹਾਸ ਬਾਬਾ ਬੀਰ ਸਿੰਘ ਜੀ ਤੇ ਬਾਬਾ ਧੀਰ ਸਿੰਘ ਜੀ। ਗੁਰਦੁਆਰਾ ਬਾਬਾ ਬੀਰ ਸਿੰਘ, ਬਾਬਾ ਧੀਰ ਸਿੰਘ ਜੀ ਉਹਨਾਂ ਦੀ ਯਾਦ ਵਿੱਚ ਬਣਿਆ ਹੋਇਆ ਹੈ। ਜਿਹੜੇ ਯੋਧੇ ਸਿੱਖੀ ਸਿਦਕ ਦੀ ਪਰਖ ਵਿੱਚ ਪਾਸ ਹੋਏ ਸਨ, ਜਦੋਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਲਾਹੌਰ ਵਾਸੀ ਭਾਈ ਉਦੇ ਸਿੰਘ ਜੀ ਆਪਣੇ ਹੱਥੀਂ ਬੰਦੂਕ ਤਿਆਰ ਕਰਕੇ ਲੈ ਕੇ ਆਇਆ ਸੀ ਤੇ ਸਤਿਗੁਰੂ ਨੂੰ ਬੇਨਤੀ ਕਰਦਾ ਕਿ ਬੰਦੂਕ ਮੈਂ ਆਪਣੇ ਹੱਥੀਂ ਤਿਆਰ ਕੀਤੀ, ਬੜੀ ਪੱਕੇ ਲੋਹੇ ਦੀ ਬੜੀ ਲੰਬੀ ਮਾਰ ਹੈ। ਸਤਿਗੁਰਾਂ ਨੇ ਇਸ ਬੰਦੂਕ ਦਾ ਨਿਸ਼ਾਨਾ ਪਰਖਣ ਵਾਸਤੇ ਭਾਈ ਡਲ ਸਿੰਘ ਨੂੰ, ਜੋ ਕਿ ਹਰ ਵਕਤ ਤੇ ਬਚਨ ਚਿਤਾਰਿਆ ਕਰਦਾ ਸੀ ਕਿ ਮਹਾਰਾਜ ਮੇਰੇ ਕੋਲ ਬੜੇ ਬਹਾਦਰ ਸੂਰਮੇ ਸਨ, ਕਿਤੇ ਮੈਨੂੰ ਅਨੰਦਪੁਰ ਸਾਹਿਬ ਵਿਖੇ ਯਾਦ ਕਰ ਦੇ, ਮੈਂ ਆਪਣੀ ਬਹਾਦਰ ਫੌਜ ਲੈ ਕੇ ਪਹੁੰਚਦਾ। ਆਪ ਜੀ ਨੂੰ ਅਨੰਦਪੁਰ ਸਾਹਿਬ ਦਾ ਕਿਲ੍ਹਾ ਨਾ ਖਾਲੀ ਕਰਨਾ ਪੈਂਦਾ, ਸਾਹਿਬਜ਼ਾਦੇ ਸ਼ਹੀਦ ਨਾ ਹੁੰਦੇ। ਹਜੂਰ ਨੇ ਉਸ ਦਿਨ ਬਚਨ ਕੀਤਾ ਸੀ, ਭਾਈ ਡਲ ਸਿਆਂ ਇਹ ਸਿੰਘ ਆਪਣੀ ਰਫਲ ਦੀ ਬੜੀ ਸਿਫਤ ਕਰਦਾ, ਲਿਆ ਕੋ ਸੂਰਮਾ ਸੀ, ਇਸ ਰਫਲ ਦਾ ਨਿਸ਼ਾਨਾ ਪਰਖਣਾ ਹੈ। ਭਾਈ ਡਲ ਸਿੰਘ ਨੇ ਆਪਣੀ ਫੌਜ ਨੂੰ ਆਵਾਜ਼ ਦਿੱਤੀ, ਗੁਰੂ ਸਾਹਿਬ ਜੀ ਨੇ ਬੰਦੂਕ ਦਾ ਨਿਸ਼ਾਨਾ ਪਰਖਣਾ ਹੈ, ਕੋਈ ਸੂਰਮਾ ਆਪਣਾ ਨਾਮ ਪੇਸ਼ ਕਰੋ। ਅੱਗਿਓਂ ਸਾਰੀ ਫੌਜ ਨੇ ਜਵਾਬ ਦਿੱਤਾ ਕਿ ਸਾਨੂੰ ਖੜ ਕੇ ਗੋਲੀ ਖਾ ਕੇ ਮਰਨ ਵਾਲੀ ਮੌਤ ਮਨਜ਼ੂਰ ਨਹੀਂ ਹੈ। ਉਸ ਵੇਲੇ ਸਤਿਗੁਰੂ ਗਰੀਬ ਨਵਾਜ ਜੀ ਦੇ ਕੋਲ ਭਾਈ ਡਲ ਸਿੰਘ ਪਹੁੰਚਦਾ। ਮਹਾਰਾਜ ਕਹਿਣ ਲੱਗੇ, ਸਾਡੇ ਸਿੰਘਾਂ ਨੂੰ ਆਵਾਜ਼ ਮਾਰ ਕੇ ਦੇਖ। ਜਦੋਂ ਆਵਾਜ਼ ਮਾਰੀ ਕਿ ਭਾਈ ਸਿੰਘੋ, ਸਤਿਗੁਰਾਂ ਨੇ ਬੰਦੂਕ ਦਾ ਨਿਸ਼ਾਨਾ ਪਰਖਣਾ, ਕੋ ਸਿੰਘ ਇਸ ਪਰਖ ਵਾਸਤੇ ਸਾਹਮਣੇ ਆਵੇ। ਇਹ ਆਵਾਜ਼ ਬਾਬਾ ਬੀਰ ਸਿੰਘ, ਬਾਬਾ ਧੀਰ ਸਿੰਘ ਦੋਨੋਂ ਪਿਤਾ ਪੁੱਤਰ ਦਸਤਾਰਾਂ ਸਜਾ ਰਹੇ ਸਨ। ਉਹਨਾਂ ਨੇ ਸੁਣੀ, ਅੱਧੀਆਂ ਦਸਤਾਰਾਂ ਸਜਾਈਆਂ, ਅੱਧੀਆਂ ਹੱਥਾਂ ਵਿੱਚ ਹੀ ਸਨ। ਉਸੇ ਤਰ੍ਹਾਂ ਦੌੜ ਕੇ ਸਤਿਗੁਰਾਂ ਦੇ ਸਨਮੁਖ ਆਏ। ਹਜੂਰ ਨੇ ਬਚਨ ਕੀਤਾ ਕਿ ਭਾਈ ਅਸਾਂ ਇੱਕ ਸਿੰਘ ਨੂੰ ਯਾਦ ਕੀਤਾ ਏ। ਪਿਤਾ ਕਹਿਣ ਲੱਗਾ, ਸਤਿਗੁਰੂ ਜੀ ਪਹਿਲਾਂ ਮੈਂ ਆਵਾਜ਼ ਸੁਣੀ ਹੈ। ਪੁੱਤਰ ਕਹਿੰਦਾ, ਨਹੀਂ ਸਤਿਗੁਰੂ ਜੀ ਪਹਿਲਾਂ ਮੈਂ ਆਵਾਜ਼ ਸੁਣੀ ਹੈ। ਹਜੂਰ ਨੇ ਦੋਨਾਂ ਸਿੰਘਾਂ ਨੂੰ ਸਾਹਮਣੇ ਰੋਕ ਕਰਕੇ ਬੰਦੂਕ ਦਾ ਨਿਸ਼ਾਨਾ ਸੇਧਿਆ। ਥੋੜ੍ਹੀ ਕੁਛ ਸ਼ਿਸ਼ਤ ਨੀਵੀਂ ਹੁੰਦੀ, ਦੋਨੋਂ ਸਿੰਘ ਵੀਰ ਆਸਨ ਹੋ ਕੇ ਬੈਠ ਜਾਂਦੇ। ਥੋੜ੍ਹੀ ਕੁਛ ਸ਼ਿਸ਼ਤ ਉੱਚੀ ਹੁੰਦੀ ਹੈ, ਦੋਨੋਂ ਸਿੰਘ ਪੱਬਾਂ ਭਾਰ ਹੋ ਕੇ ਛਾਤੀਆਂ ਤਾਣ ਕੇ ਹਜੂਰ ਦੇ ਸਨਮੁਖ ਖਲੋਣਾ ਕਰਦੇ ਨੇ। ਖਾਲਸਾ ਜੀ, ਹਜੂਰ ਨੇ ਆਪਣੇ ਸਿੰਘਾਂ ਨੂੰ ਮਾਣ ਬਖਸ਼ਿਸ਼ ਕਰਦਿਆਂ ਇਸ ਬੰਦੂਕ ਦਾ ਫੈਰ ਦੋਨਾਂ ਸਿੰਘਾਂ ਦੇ ਉੱਪਰ ਦੀ ਕਰ ਦਿੱਤਾ। ਸਿੰਘ ਸਿੱਖੀ ਸਿਦਕ ਦੀ ਪਰਖ ਵਿੱਚ ਪਾਸ ਹੋਏ। ਭਾਈ ਡਲ ਸਿੰਘ ਅਤੇ ਉਹਨਾਂ ਦੀ ਫੌਜ ਇਸ ਪਰਖ ਵਿੱਚ ਪਾਸ ਨਾ ਹੋ ਸਕੀ। ਇਹ ਬਾਬਾ ਬੀਰ ਸਿੰਘ, ਬਾਬਾ ਧੀਰ ਸਿੰਘ ਮਹਾਨ ਯੋਧੇ ਸੂਰਮਿਆਂ ਦੀ ਯਾਦ ਵਿੱਚ ਪਾਵਨ ਸਥਾਨ ਬਣਿਆ ਹੋਇਆ ਹੈ। ਇਤਿਹਾਸ ਦੇ ਜਦੋਂ ਵਰਕੇ ਫਰੋਲਦੇ ਹਾਂ ਤਾਂ ਜਿਸ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਖਿਦਰਾਣੇ ਦੀ ਢਾਲ ਤੇ ਪਹੁੰਚੇ ਸਨ ਤਾਂ ਉਸ ਸਮੇਂ ਉਹਨਾਂ ਨਾਲ ਵੱਡੀ ਗਿਣਤੀ 'ਚ ਜਿੱਥੇ ਹੋਰ ਸਿੱਖ ਸ਼ਰਧਾਲੂ ਅਤੇ ਸੈਨਿਕ ਮੌਜੂਦ ਸੀ ਤਾਂ ਨਾਲ ਬਰਾੜ ਸਿੱਖ ਵੀ ਮੌਜੂਦ ਸਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਲੰਮਾ ਸਮਾਂ ਤੱਕ ਸ੍ਰੀ ਦਮਦਮਾ ਸਾਹਿਬ ਵਿਖੇ ਰਹੇ ਤਾਂ ਇੱਥੇ ਵੀ ਗੁਰੂ ਜੀ ਦੀ ਸੇਵਾ ਲਈ ਉਹ ਗੁਰੂ ਜੀ ਦੇ ਨਾਲ ਸਨ। ਸਤਿਗੁਰੂ ਜੀ ਨੇ ਜਿੱਥੇ ਗੁਰਦੁਆਰਾ ਜੰਡਸਰ ਸਾਹਿਬ ਸੁਭਾਈਮਾਨ ਹੈ, ਉਸ ਪਾਵਨ ਅਸਥਾਨ ਤੋਂ ਗੁਪਤ ਖਜ਼ਾਨਾ ਕੱਢ ਕੇ ਇਨ੍ਹਾਂ ਤਨਖਾਹ ਵਾਲੇ ਸਿੰਘਾਂ ਨੂੰ ਢਾਲਾਂ ਭਰ ਕੇ ਤਨਖਾਹਾਂ ਤਜਵੀਜ਼ ਕੀਤੀਆਂ ਸੀ। ਉਸ ਯਾਦ ਅੰਦਰ ਅੱਜ ਗੁਰਦੁਆਰਾ ਜੰਡਸਰ ਸਾਹਿਬ ਸੁਭਾਈਮਾਨ ਹੈ। ਇਹ ਜੋ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਜੰਡਸਰ ਸਾਹਿਬ ਜੀ ਦੇ ਆਪ ਜੀ ਦਰਸ਼ਨ ਦੀਦਾਰ ਕਰ ਰਹੇ ਹੋ,
ਇਹ ਪਾਵਨ ਸਥਾਨ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਰਨ ਛੋਹ ਪ੍ਰਾਪਤ ਸਥਾਨ ਹੈ। ਤਖਤ ਸਾਹਿਬ ਵਿਖੇ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲਿਖਵਾਈ ਕਰਾ ਰਹੇ ਸਨ ਅਤੇ ਪਹਿਲੇ ਪੈਰ ਬਾਣੀ ਲਿਖਾਉਂਦੇ ਸ਼ਾਮ ਨੂੰ ਉਨੀ ਬਾਣੀ ਦੀ ਕਥਾ ਕਰਿਆ ਕਰਦੇ ਸਨ। ਸ਼ਾਮ ਦੇ ਸਮੇਂ ਸਤਿਗੁਰੂ ਪਾਤਸ਼ਾਹ ਜੀ ਜਦੋਂ ਸਿੰਘਾਂ ਦੇ ਨਾਲ ਇਹ ਪਾਵਨ ਸਥਾਨ ਵਿਖੇ ਆਇਆ ਕਰਦੇ ਸਨ। ਇਹ ਪਾਵਨ ਸਥਾਨ ਵਿਖੇ ਸਤਿਗੁਰੂ ਸਾਹਿਬ ਜੀ ਰਹਿਰਾਸ ਸਾਹਿਬ ਜੀ ਦਾ ਪਾਠ ਵੀ ਕਰਿਆ ਕਰਦੇ ਸਨ। ਇਸੇ ਪਾਵਨ ਸਥਾਨ 'ਤੇ ਖਾਲਸਾ ਜੀ ਸਤਿਗੁਰਾਂ ਦਾ ਘੋੜਾ ਬੰਨ੍ਹਿਆ ਜਾਂਦਾ ਸੀ। ਅੱਜ ਵੀ ਉਹ ਜੰਡ ਜਿਹੜਾ ਹੈ ਮੌਜੂਦ ਹੈ, ਜਿਹਨੂੰ ਆਪਾਂ ਜਿਸ ਕਰਕੇ ਜੰਡ ਸਰ ਸਾਹਿਬ ਗੁਰਦੁਆਰਾ ਸਾਹਿਬ ਕਹਿੰਦੇ ਹਾਂ। ਇਸੇ ਹੀ ਪਾਵਨ ਸਥਾਨ 'ਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਗੁਪਤ ਖਜ਼ਾਨਾ ਕੱਢ ਕੇ ਸਿੰਘਾਂ ਨੂੰ ਤਨਖਾਹਾਂ ਤਜਵੀਜ਼ ਕੀਤੀਆਂ, ਕਿਉਂਕਿ ਇੱਧਰ ਮਾਲਵੇ ਦੇ ਵਿੱਚ ਸਤਿਗੁਰਾਂ ਨੇ ਬਰਾੜਾਂ ਦੀ ਫੌਜ ਜਿਹੜੀ ਸੀ ਤਨਖਾਹਾਂ 'ਤੇ ਰੱਖੀ ਹੋਈ ਸੀ ਨਾਲ, ਔਰ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀਆਂ ਨੇ ਸਿੰਘਾਂ ਨੂੰ ਇੱਥੋਂ ਗੁਪਤ ਖਜ਼ਾਨਾ ਕੱਢ ਕੇ ਤਨਖਾਹਾਂ ਵੱਡੀਆਂ ਢਾਲਾਂ ਦੇ ਨਾਲ ਪਾਤਸ਼ਾਹ ਜੀਆਂ ਨੇ ਇੱਥੇ ਧਨ ਵੰਡ ਕੇ ਸਾਰੇ ਸਿੱਖਾਂ ਨੂੰ ਨਿਵਾਜਣਾ ਕੀਤਾ। ਅੱਜ ਵੀ ਬੇਅੰਤ ਸਿੱਖ ਸੰਗਤਾਂ ਇੱਥੇ ਆਣ ਕੇ ਗੁਰਦੁਆਰਾ ਜੰਡਸਰ ਸਾਹਿਬ ਵਿਖੇ ਦਰਸ਼ਨ ਦੀਦਾਰ ਕਰਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ। ਗੁਰੂ ਸਾਹਿਬ ਜੀ ਨੇ ਬੇਅੰਤ ਰਹਿਮਤਾਂ ਵਰਤਾਈਆਂ ਸਿੰਘਾਂ ਨੂੰ। ਸਤਿਗੁਰੂ ਜੀ ਸ਼ਾਮ ਨੂੰ ਇੱਥੇ ਸ਼ਸਤਰਬਾਜੀ ਦਾ ਅਭਿਆਸ ਵੀ ਕਰਾਇਆ ਕਰਦੇ ਸਨ ਤੇ ਆਪ ਸਤਿਗੁਰੂ ਪਾਤਸ਼ਾਹ ਜੀ ਇਸ ਸਥਾਨ 'ਤੇ ਆਣ ਕੇ ਬੈਠਿਆ ਕਰਦੇ ਸਨ, ਕਿਉਂਕਿ ਇਹ ਸਥਾਨ ਰਮਣੀਕ ਅਤੇ ਬਾਹਰ ਖੁੱਲ੍ਹੇ ਸਥਾਨ 'ਤੇ ਸੀ। ਮਹਾਰਾਜ ਸਾਹਿਬ ਜੀ ਇੱਥੇ ਆਣ ਕੇ ਆਪਣੇ ਸਿੱਖਾਂ ਦੇ ਨਾਲ ਬੈਠ ਕੇ ਗੁਰਮਤਿ ਵਿਚਾਰਾਂ ਵੀ ਕਰਿਆ ਕਰਦੇ ਸਨ। ਇਹ ਪਾਵਨ ਸਥਾਨ ਗੁਰਦੁਆਰਾ ਜੰਡਸਰ ਸਾਹਿਬ ਹੈ। ਖਾਲਸਾ ਸਾਜਣਾ ਦਿਵਸ ਨੂੰ ਹਰ ਸਾਲ ਸਮੁੱਚਾ ਸਿੱਖ ਪੰਥ ਬੜੇ ਜਾਹੋ ਜਲਾਲ ਤੇ ਚੜ੍ਹਦੀ ਕਲਾ ਨਾਲ ਮਨਾਉਂਦਾ ਹੈ। ਜਿਸ ਸਮੇਂ ਗੁਰੂ ਪਾਤਸ਼ਾਹ ਜੀ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸੀ ਤਾਂ ਉਸ ਸਮੇਂ ਜਦੋਂ ਵਿਸਾਖੀ ਦਾ ਸਮਾਂ ਆਇਆ ਤਾਂ ਸਤਿਗੁਰੂ ਜੀ ਨੇ ਤਲਵੰਡੀ ਸਾਬੋ ਦੀ ਧਰਤੀ ਤੇ ਗੁਰਦੁਆਰਾ ਮਹਲਸਰ ਸਾਹਿਬ ਵਿਖੇ ਇਹ ਦਿਹਾੜਾ ਖਾਲਸਾ ਹੀ ਜਾਹੋ ਜਲਾਲ ਦੇ ਨਾਲ ਮਨਾਇਆ ਸੀ ਤੇ ਉਸ ਸਮੇਂ ਤੋਂ ਹਰ ਸਾਲ ਸਮੁੱਚਾ ਸਿੱਖ ਪੰਥ ਵਿਸਾਖੀ ਦੇ ਦਿਹਾੜੇ ਕਰਕੇ ਇਸ ਅਸਥਾਨ ਤੇ ਇਕੱਤਰ ਹੁੰਦਾ ਹੈ ਤੇ ਉਸ ਸਮੇਂ ਤਖ਼ਤ ਸ੍ਰੀ ਦਮਦਮਾ ਸਾਹਿਬ ਦਾ ਦ੍ਰਿਸ਼ ਦੇਖਿਆ ਹੀ ਬਣਦਾ ਹੈ। ਇਹ ਪਾਵਨ ਪਵਿੱਤਰ ਸਥਾਨ ਜਿਨ੍ਹਾਂ ਦੇ ਆਪ ਜੀ ਦਰਸ਼ਨ ਦੀਦਾਰ ਕਰ ਰਹੇ ਹੋ, ਗੁਰਦੁਆਰਾ ਮਹਲਸਰ ਸਾਹਿਬ ਪਾਵਨ ਸਥਾਨ ਹੈ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀਆਂ ਨੇ ਖਾਲਸਾ ਜੀ ਸ੍ਰੀ ਅਨੰਦਪੁਰ ਸਾਹਿਬ ਤੋਂ ਉਪਰੰਤ ਇਹ ਪਾਵਨ ਸਥਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਜਦੋਂ ਬੇਅੰਤ ਸਮਾਂ ਇੱਥੇ ਕੌਤਕ ਰਚਾਉਂਦਿਆਂ ਹੋਏ ਬਤੀਤ ਕੀਤਾ ਤੇ ਸਤਿਗੁਰਾਂ ਨੇ 1706 ਦਾ ਵਿਸਾਖੀ ਦਾ ਦਿਹਾੜਾ ਖਾਲਸਾ ਪੰਥ ਦਾ ਸਾਜਣਾ ਦੇ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਮਨਾਉਣਾ ਕੀਤਾ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਵੱਲੋਂ ਅਗਲੇ ਦਿਨ ਮਹੱਲਾ ਆਰੰਭ ਕਰਕੇ ਇਹ ਪਾਵਨ ਸਥਾਨ ਵਿਖੇ ਗੁਰਦੁਆਰਾ ਮਹਲਸਰ ਸਾਹਿਬ ਵਿਖੇ ਆਣ ਕਰਕੇ ਸਾਰੇ ਜੋੜ ਮੇਲੇ ਦੀ ਸਮਾਪਤੀ ਕੀਤੀ। ਸਿੰਘਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਇੱਥੇ ਆਣ ਕੇ ਸ਼ਸਤਰਬਾਜੀ ਦੇ ਜੌਹਰ ਵੀ ਸਿਖਾਇਆ ਕਰਦੇ ਸਨ ਤੇ ਮਨਸੂਈ ਜੰਗ ਕਰਾਇਆ ਕਰਦੇ ਸਨ। ਸਤਿਗੁਰਾਂ ਨੇ ਜਦੋਂ ਖਾਲਸਾ ਪੰਥ ਦਾ ਸਾਜਣਾ ਦਿਵਸ ਮਨਾਇਆ, ਸਾਰੇ ਜੋੜ ਮੇਲੇ ਦੀ ਅਗਲੇ ਦਿਨ ਸਮਾਪਤੀ ਕੀਤੀ। ਸਿੰਘਾਂ ਦੇ ਕੋਲੋਂ ਇੱਥੇ ਘੋੜ ਸਵਾਰੀ, ਸ਼ਸਤਰਬਾਜੀ ਦੇ ਜੌਹਰ ਦੇਖੇ ਤੇ ਇਨਾਮ ਵੰਡ ਕੀਤੀ। ਹਜੂਰ ਦੀ ਚਲਾਈ ਮਰਜ਼ਾਦਾ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਜੀਆਂ ਦੇ ਸਮੁੱਚੇ ਪ੍ਰਬੰਧ ਵੱਲੋਂ ਹਰ ਸਾਲ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਖਾਲਸਾ ਪੰਥ ਦਾ ਸਾਜਣਾ ਦਿਵਸ ਵਿਸਾਖੀ ਦਾ ਦਿਹਾੜਾ ਮਨਾਇਆ ਜਾਂਦਾ ਹੈ। ਅਗਲੇ ਦਿਨ ਮਹੱਲਾ ਆਰੰਭ ਹੋ ਕਰਕੇ ਗੁਰਦੁਆਰਾ ਮਹਲਸਰ ਸਾਹਿਬ ਵਿਖੇ ਹੀ ਆਣ ਕੇ ਸਾਰੇ ਜੋੜ ਮੇਲੇ ਦੀ ਸਮਾਪਤੀ ਹੁੰਦੀ ਹੈ। ਗੁਰੂ ਕੀਆਂ ਲਾਡਲੀਆਂ ਫੌਜਾਂ, ਗੁਰੂ ਕੇ ਸਿੰਘ ਸ਼ਸਤਰਬਾਜੀ, ਘੋੜਸਵਾਰੀ, ਜੌਹਰ ਦਿਖਾਉਣਾ ਕਰਦੇ ਹਨ। ਖਾਲਸਾ ਜੀ ਇਹ ਪਾਵਨ ਸਥਾਨ ਗੁਰਦੁਆਰਾ ਮਹਲਸਰ ਸਾਹਿਬ ਹੈ ਜਿੱਥੇ ਆਣ ਕੇ ਸਤਿਗੁਰਾਂ ਨੇ ਵਿਸਾਖੀ ਦੇ ਜੋੜ ਮੇਲੇ ਦੀ ਸਮਾਪਤੀ ਕੀਤੀ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।